DRG Kids ਖੁਫੀਆ ਕਮਰਾ। ਬਹੁਤ ਸਮੇਂ ਪਹਿਲਾਂ ਦੀ ਗੱਲ ਹੈ। ਇੱਕ ਰਾਜ ਸੀ ਤੇ ਉੱਥੋਂ ਦਾ ਰਾਜਾ ਬੜਾ ਹੀ ਬੇਰਹਿਮ ਸੀ। ਇੱਕ ਦਿਨ ਉਸਦੇ ਮਨ ਵਿੱਚ ਪਤਾ ਨਹੀਂ ਕਿੱਥੋਂ ਇਹ ਗੱਲ ਆਈ, ਮੈਨੂੰ ਆਪਣੇ ਰਾਜ ਵਿੱਚ ਕੋਈ ਬਜ਼ੁਰਗ ਆਦਮੀ ਨਹੀਂ ਚਾਹੀਦਾ। ਰਾਜਾ ਜੀ, ਭਲਾ ਇਹ ਕੀ ਗੱਲ ਹੈ? ਰਾਜਾ ਜੀ, ਸਾਡੇ ਰਾਜ ਵਿੱਚ ਕਿੰਨੇ ਸਾਰੇ ਬਜ਼ੁਰਗ ਨੇ, ਕੀ ਤੁਹਾਨੂੰ ਇਸ ਦਾ ਅੰਦਾਜ਼ਾ ਹੈ? ਮੰਤਰੀ, ਮੈਂ ਕੁਝ ਨਹੀਂ ਸੁਣਨਾ ਚਾਹੁੰਦਾ। ਜਿੰਨੇ ਵੀ ਹੋਣ, ਮੈਨੂੰ ਉਸ ਨਾਲ ਕੋਈ ਫਰਕ ਨਹੀਂ ਪੈਂਦਾ। ਸਹੀ ਕਿਹਾ ਰਾਜਾ ਜੀ ਨੇ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਰਾਜਾ ਜੀ, ਮਾਫ ਕਰਿਓ, ਪਰ ਮੈਂ ਤੁਹਾਡੇ ਇਸ ਗੱਲ ਨਾਲ ਸਹਿਮਤ ਨਹੀਂ ਹਾਂ। ਸਿਧਾਰਥ, ਮੈਂ ਇੱਕ ਵਾਰ ਜੋ ਬੋਲ ਦਿੱਤਾ ਸੋ ਬੋਲ ਦਿੱਤਾ। ਰਾਜਾ ਜੀ, ਕਿੰਨੇ ਸਾਰੇ ਸਾਡੇ ਰਿਸ਼ਤੇਦਾਰ ਨੇ ਜਿਹੜੇ ਵਿਰੁੱਧ ਨੇ। ਬੰਦ ਕਰੋ ਆਪਣੀ ਬਕਵਾਸ। ਰਾਜਾ ਜੀ, ਤੁਸੀਂ ਸਿਧਾਰਥ ਦੀ ਗੱਲ ਨਾ ਸੁਣੋ। ਟੋਕਣਾ ਤਾਂ ਇਹਦੀ ਆਦਤ ਹੈ। ਮੰਤਰੀ, ਜਿੰਨੇ ਵੀ ਬੁੱਢੇ ਆਦਮੀ ਤੇ ਔਰਤਾਂ ਨੇ, ਉਹਨਾਂ ਨੂੰ ਮੇਰੇ ਰਾਜ ਤੋਂ ਬਾਹਰ ਕੱਢ ਦਿਓ। ਪਰ ਕਿਉਂ ਰਾਜਾ ਜੀ? ਕਿਉਂਕਿ ਹੁਣ ਉਹ ਕਿਸੇ ਦੇ ਵੀ ਕੰਮ ਨਹੀਂ ਰਹੇ ਨੇ। ਇਹ ਕੋਈ ਨਵਾਂ ਬਦਲਾਵ ਨਹੀਂ ਲਾਉਂਦੇ, ਸਿਰਫ ਖਾਂਦੇ ਰਹਿੰਦੇ ਨੇ ਤੇ ਪੀਂਦੇ ਰਹਿੰਦੇ ਨੇ। ਮੈਨੂੰ ਬੁੱਢੇ ਪਸੰਦ ਨਹੀਂ ਨੇ। ਪਰ ਅਗਰ ਮਗਰ ਕੁਝ ਨਹੀਂ, ਮੇਰੇ ਹੁਕਮ ਦੀ ਤਾਮੀਲ ਕੀਤੀ ਜਾਵੇ, ਕੋਈ ਬਹਿਸ ਨਹੀਂ। ਰਾਜਾ ਜੀ, ਤੁਹਾਡਾ ਹੁਕਮ ਸਰ ਅੱਖਾਂ ਤੇ। ਰਾਜਾ ਜੀ, ਪਰ ਮੇਰੇ ਦਾਦਾ ਜੀ ਦਾ ਕੀ ਹੋਵੇਗਾ? ਮੈਂ ਉਹਨਾਂ ਨੂੰ ਆਪਣੇ ਤੋਂ ਦੂਰ ਨਹੀਂ ਕਰ ਸਕਦਾ। ਤੈਨੂੰ ਕੜੀ ਸਜ਼ਾ ਮਿਲੂਗੀ ਜੇ ਤੂੰ ਮੇਰਾ ਹੁਕਮ ਨਹੀਂ ਮੰਨਿਆ। ਰਾਜੇ ਦੇ ਹੁਕਮ ਦੇ ਮੁਤਾਬਕ ਉਸਦੇ ਕੁਝ ਮੰਤਰੀ ਆਪਣੇ ਸੈਨਿਕਾਂ ਦੀ ਮਦਦ ਦੇ ਨਾਲ ਰਾਜੇ ਦੇ ਸਾਰੇ ਘਰਾਂ ਵਿੱਚ ਗਏ ਅਤੇ ਉਹਨਾਂ ਨੇ ਇੱਕ ਬੁੱਢੇ ਜਨ ਨੂੰ ਇਕੱਠਾ ਕੀਤਾ। ਦੂਜੇ ਪਾਸੇ ਸਿਧਾਰਥ ਛੇਤੀ ਆਪਣੇ ਘਰ ਵੱਲ ਗਿਆ ਅਤੇ ਉਸਨੇ ਆਪਣੀ ਵੋਟੀ ਸ਼ਕੁੰਤਲਾ ਤੇ ਦਾਦੇ ਨੂੰ ਰਾਜੇ ਦੇ ਹੁਕਮ ਬਾਰੇ ਦੱਸਿਆ। ਦਾਦਾ ਜੀ, ਸ਼ਕੁੰਤਲਾ, ਰਾਜਾ ਜੀ ਦਾ ਇਹ ਹੁਕਮ ਹੀ ਹੈ ਕਿ ਉਹਨਾਂ ਨੂੰ ਇਸ ਰਾਜ ਦੇ ਵਿੱਚ ਕੋਈ ਬੁੱਢਾ ਇਨਸਾਨ ਨਹੀਂ ਚਾਹੀਦਾ ਹੈ। ਇਹ ਕਿੱਦਾਂ ਦਾ ਹੁਕਮ ਹੈ? ਇਸ ਰਾਜਾ ਜੀ ਨੂੰ ਕੋਈ ਸਮਝਾਉਣ ਵਾਲਾ ਨਹੀਂ ਰਿਹਾ। ਵੱਡੇ ਰਾਜਾ ਜੀ ਦੇ ਸਵਰਗਵਾਸ ਤੋਂ ਬਾਅਦ ਉਹ ਆਪਣੀ ਹੀ ਮਨਮਾਨੀ ਕਰਦਾ ਰਹਿੰਦਾ ਹੈ। ਪਰ ਹੁਣ ਅਸੀਂ ਕੀ ਕਰਾਂਗੇ? ਮੈਂ ਆਪਣੇ ਦਾਦਾ ਜੀ ਨੂੰ ਕਿਤੇ ਜਾਣ ਨਹੀਂ ਦੇ ਸਕਦਾ। ਇਹ ਮੈਂ ਰਾਜਾ ਜੀ ਨੂੰ ਕਿਹਾ ਸੀ, ਪਰ ਉਹਨਾਂ ਨੂੰ ਕੁਝ ਸਮਝ ਨਹੀਂ ਆ ਰਿਹਾ। ਮੇਰੇ ਕੋਲ ਇੱਕ ਤਰਕੀਬ ਹੈ। ਕੈਸੀ ਤਰਕੀਬ ਸ਼ਕੁੰਤਲਾ? ਸਿਧਾਰਥ, ਤੈਨੂੰ ਯਾਦ ਹੈ ਸਾਡੇ ਘਰ ਦੀ ਰਸੋਈ ਦੇ ਪਿਛਲੇ ਬੰਨੇ ਇੱਕ ਖੁਫੀਆ ਦਰਵਾਜ਼ਾ ਹੈ ਜੋ ਉਸ ਖੁਫੀਆ ਕਮਰੇ ਤੱਕ ਜਾਂਦਾ ਹੈ। ਹਾਂ ਬੇਟਾ, ਬਹੁਤ ਖੂਬ। ਮੈਂ ਹੀ ਉਹ ਕਮਰਾ ਬਣਾਇਆ ਸੀ ਮੁਸੀਬਤ ਦੇ ਵੇਲੇ ਦੇ ਲਈ। ਹਾਂ ਸ਼ਕੁੰਤਲਾ, ਮੈਂ ਤੇ ਭੁੱਲ ਹੀ ਗਿਆ ਸੀ ਇਸ ਬਾਰੇ 'ਚ। ਚੰਗਾ ਯਾਦ ਦਿਲਾਇਆ। ਅਸੀਂ ਦਾਦਾ ਜੀ ਨੂੰ ਉੱਥੇ ਲੁਕਾ ਸਕਦੇ ਹਾਂ। ਚਲੋ ਆਪਾਂ ਛੇਤੀ ਕਰਦੇ ਹਾਂ। ਸਾਡੇ ਕੋਲ ਸਮਾਂ ਨਹੀਂ ਹੈ ਬਿਲਕੁਲ ਵੀ। ਸੈਨਿਕ ਕਦੇ ਵੀ ਆਉਂਦੇ ਹੋਣਗੇ। ਤੇ ਇਸ ਤਰ੍ਹਾਂ ਸਿਧਾਰਥ ਨੇ ਆਪਣੇ ਦਾਦਾ ਜੀ ਨੂੰ ਆਪਣੇ ਹੀ ਘਰ ਦੇ ਉਸ ਖੂਫੀਆ ਕਮਰੇ ਵਿੱਚ ਰੱਖਿਆ ਤੇ ਉਹਨਾਂ ਨੂੰ ਰੋਟੀ ਪਾਣੀ ਸਭ ਉੱਥੇ ਹੀ ਦਿੰਦਾ ਰਿਹਾ। ਤੇ ਇਸ ਤਰ੍ਹਾਂ ਦਿਨ ਦੇ ਬਾਅਦ ਮਹੀਨੇ ਤੇ ਮਹੀਨਿਆਂ ਦੇ ਬਾਅਦ ਸਾਲ ਬੀਤਦਾ ਗਿਆ। ਕਿਸੇ ਨੂੰ ਵੀ ਇਸ ਗੱਲ ਦੀ ਕੰਨੋ ਕੰਨ ਖਬਰ ਨਹੀਂ ਹੋਈ। ਫਿਰ ਇੱਕ ਦਿਨ ਗੁਆਂਢੀ ਦੇਸ਼ ਦੇ ਰਾਜੇ ਨੇ ਜੰਗ ਦੀ ਚੁਣੌਤੀ ਦਿੱਤੀ। ਰਾਜਾ ਜੀ, ਸਾਡੇ ਗੁਆਂਢੀ ਦੇਸ਼ ਦੇ ਰਾਜਾ ਨੇ ਸਾਨੂੰ ਜੰਗ ਦੇ ਲਈ ਲਲਕਾਰਿਆ ਹੈ। ਹੁਣ ਸਾਨੂੰ ਲੜਨਾ ਹੀ ਪਵੇਗਾ। ਜੰਗ ਦੀ ਤਿਆਰੀ ਕੀਤੀ ਜਾਵੇ ਮੰਤਰੀ। ਰਾਜਾ ਜੀ, ਸਿਧਾਰਥ ਨਹੀਂ ਦਿਸ ਰਿਹਾ। ਸੈਨਿਕੋ, ਸਿਧਾਰਥ ਨੂੰ ਸੱਦਾ ਭੇਜਿਆ ਜਾਵੇ ਕਿ ਰਾਜਾ ਜੀ ਨੇ ਯਾਦ ਕੀਤਾ ਹੈ। ਰਾਜਾ ਜੀ, ਸਿਧਾਰਥ ਆ ਗਿਆ। ਰਾਜਾ ਜੀ, ਕੀ ਗੱਲ ਹੈ? ਕੀ ਤੈਨੂੰ ਖਬਰ ਨਹੀਂ ਮਿਲੀ ਕਿ ਸਾਡੇ ਰਾਜ ਵਿੱਚ ਜੰਗ ਛਿੜਨ ਵਾਲੀ ਹੈ? ਰਾਜਾ ਜੀ, ਮੈਂ ਜਾਣਦਾ ਇਸ ਬਾਰੇ 'ਚ। ਮੈਂ ਉਹਦੀ ਤਿਆਰੀ ਕਰ ਰਿਹਾ ਸੀ। ਦੋਵੇਂ ਪਾਸੇ ਜੰਗ ਦੀਆਂ ਤਿਆਰੀਆਂ ਹੋਣ ਲੱਗੀਆਂ ਤੇ ਜਲਦੀ ਜੰਗ ਵੀ ਸ਼ੁਰੂ ਹੋ ਗਈ। ਬਹੁਤ ਸਾਰੇ ਸੈਨਿਕਾਂ ਦੀ ਜਾਨ ਚਲੀ ਗਈ, ਪਰ ਜੰਗ ਬੰਦ ਹੋਣ ਦਾ ਨਾਮ ਹੀ ਨਹੀਂ ਲੈ ਰਹੀ ਸੀ। ਦਿਨ ਬੀਤਦੇ ਗਏ। ਲੜਦੇ ਸੈਨਿਕ ਥੱਕਣ ਲੱਗੇ ਤੇ ਇੱਥੇ ਉਹਨਾਂ ਦੇ ਲਈ ਰਾਸ਼ਨ ਵੀ ਖਤਮ ਹੋਣ ਲੱਗਿਆ ਸੀ। ਸਾਰੇ ਪਾਸੇ ਮੁਸੀਬਤ ਹੀ ਮੁਸੀਬਤ ਸੀ ਅਤੇ ਸਿਧਾਰਥ ਪਰੇਸ਼ਾਨ ਹੋ ਕੇ ਰਾਜੇ ਦੇ ਕੋਲ ਗਿਆ। ਰਾਜਾ ਜੀ, ਸਾਡੇ ਸੈਨਿਕਾਂ ਦੇ ਲਈ ਆਪਣੇ ਰਾਜ ਦੇ ਵਿੱਚ ਖਾਣਾ ਖਤਮ ਹੋ ਰਿਹਾ ਹੈ। ਹੁਣ ਅਸੀਂ ਕੀ ਕਰੀਏ? ਇਹ ਜੰਗ ਦੇ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ। ਮੰਤਰੀ ਜੀ, ਇਹਦਾ ਕੋਈ ਹੱਲ ਦੱਸੋ। ਹੁਣ ਅਸੀਂ ਕੀ ਕਰੀਏ? ਰਾਜਾ ਜੀ, ਹੁਣ ਮੈਂ ਕੀ ਦੱਸਾਂ? ਰਾਜਾ ਜੀ, ਅਸੀਂ ਹੁਣ ਇਸ ਲੜਾਈ ਤੋਂ ਥੱਕ ਚੁੱਕੇ ਹਾਂ। ਉਹ ਰਾਜਾ ਜੀ, ਅਸੀਂ ਤਾਂ ਪਹਿਲਾਂ ਹੀ ਕਹਿ ਰਹੇ ਸੀ ਕਿ ਜੰਗ ਲੜਨੀ ਨਹੀਂ ਸੀ ਚਾਹੀਦੀ। ਮੰਤਰੀ,
ਇਹ ਤੁਸੀਂ ਕੀ ਗੱਲ ਕਰ ਰਹੇ ਹੋ? ਤੁਸੀਂ ਤੇ ਹਾਰਨ ਤੋਂ ਪਹਿਲਾਂ ਹੀ ਹਾਰ ਮੰਨ ਲਿਆ ਵੇ। ਰਾਜਾ ਜੀ ਅਸੀਂ ਤਾਂ ਤੁਹਾਨੂੰ ਸੱਚਾਈ ਦੱਸ ਰਹੇ ਸੀ। ਰਾਜਾ ਜੀ ਮੈਨੂੰ ਕੁਝ ਸਮਾਂ ਦਿਓ ਸੋਚਣ ਦੇ ਲਈ, ਕੋਈ ਨਾ ਕੋਈ ਰਾਸਤਾ ਜ਼ਰੂਰ ਨਿਕਲ ਹੀ ਆਊਗਾ। ਸਿਧਾਰਥ ਆਪਣੇ ਘਰ ਗਿਆ ਅਤੇ ਆਪਣੀ ਪਤਨੀ ਸ਼ਕੁੰਤਲਾ ਤੇ ਦਾਦਾ ਜੀ ਨਾਲ ਸਲਾਹ ਮਸ਼ਵਰਾ ਕਰਨ ਲੱਗਾ। ਉਸਦੇ ਦਾਦੇ ਨੇ ਉਸ ਨੂੰ ਇੱਕ ਤਰਕੀਬ ਦੱਸੀ। ਪਰੇਸ਼ਾਨ ਨਾ ਹੋ ਪੁੱਤਰ, ਮੇਰੇ ਕੋਲ ਇੱਕ ਹੱਲ ਹੈਗਾ। ਦਾਦਾ ਜੀ ਕੀ ਹੱਲ ਹੈ, ਮੈਨੂੰ ਦੱਸੋ, ਕਿਉਂਕਿ ਤੁਸੀਂ ਤਾਂ ਇੱਥੋਂ ਬਾਹਰ ਨਹੀਂ ਆ ਸਕਦੇ। ਕੋਈ ਗੱਲ ਨਹੀਂ, ਮੇਰੀ ਗੱਲ ਧਿਆਨ ਨਾਲ ਸੁਣ। ਤੂੰ ਬਿਲਕੁਲ ਮੇਰੇ ਕਹੇ ਮੁਤਾਬਿਕ ਕਰੀ, ਥੋੜੀ ਮਿਹਨਤ ਜ਼ਰੂਰ ਲੱਗੂਗੀ। ਕੋਈ ਗੱਲ ਨਹੀਂ, ਅਸੀਂ ਮਿਹਨਤ ਕਰਨ ਨੂੰ ਤਿਆਰ ਹਾਂ। ਕੀੜੀਆਂ ਪਰ ਗਰਮੀਆਂ ਵਿੱਚ ਬੜੀ ਸਖਤ ਮਿਹਨਤ ਦੇ ਨਾਲ ਅਨਾਜ ਇਕੱਠਾ ਕਰਦੀਆਂ ਨੇ ਸਰਦੀਆਂ ਦੇ ਮੌਸਮ ਦੇ ਲਈ, ਤੇ ਉਹ ਅਨਾਜ ਬਹੁਤ ਜ਼ਿਆਦਾ ਹੁੰਦਾ ਹੈ। ਤੁਹਾਨੂੰ ਉਹਨਾਂ ਕੀੜੀਆਂ ਦੇ ਘਰ ਲੱਭਣੇ ਪੈਣਗੇ। ਮੈਨੂੰ ਯਕੀਨ ਹੈ ਕਿ ਉੱਥੇ ਬਹੁਤ ਸਾਰਾ ਅਨਾਜ ਮਿਲ ਜਾਊਗਾ ਤੁਹਾਨੂੰ। ਧੰਨਵਾਦ ਦਾਦਾ ਜੀ, ਮੈਂ ਹੁਣੇ ਜਾ ਕੇ ਆਪਣੇ ਸੈਨਿਕਾਂ ਦੀ ਮਦਦ ਦੇ ਨਾਲ ਕੀੜਿਆਂ ਦੇ ਠਿਕਾਣੇ ਲੱਭਦਾ। ਤੇ ਇਸ ਤਰ੍ਹਾਂ ਸਿਧਾਰਥ ਨੇ ਆਪਣੇ ਸੈਨਿਕਾਂ ਨਾਲ ਗੱਲ ਕੀਤੀ ਅਤੇ ਸਿੱਧਾ ਖੇਤਾਂ ਦੇ ਵੱਲ ਨਿਕਲ ਪਿਆ। ਉੱਥੇ ਪਹੁੰਚਣ ਤੋਂ ਬਾਅਦ ਉਹਨਾਂ ਨੂੰ ਕਿਸਾਨਾਂ ਦੇ ਕੋਲੋਂ ਬਹੁਤ ਅਨਾਜ ਮਿਲਿਆ, ਜੋ ਉਹਨਾਂ ਨੇ ਬੁਰੇ ਵੇਲੇ ਲਈ ਸਾਂਭ ਕੇ ਰੱਖਿਆ ਸੀ। ਇਹਨਾਂ ਖੇਤਾਂ ਦੇ ਗੋਦਾਮ ਵਿੱਚ ਤਾਂ ਬਹੁਤ ਸਾਰਾ ਅਨਾਜ ਹੈ। ਚਲੋ ਇਸ ਨੂੰ ਇਕੱਠਾ ਕਰਕੇ ਰਾਜਮਹਿਲ ਲੈ ਕੇ ਜਾਂਦੇ ਹਾਂ। ਪਹਿਲਾਂ ਮੈਂ ਇਸ ਖੇਤ ਦੇ ਕਿਸਾਨ ਦੇ ਨਾਲ ਗੱਲ ਕਰ ਰਹਾ ਹਾਂ। ਪ੍ਰਧਾਨ ਮੰਤਰੀ, ਤੁਸੀਂ ਇੱਥੇ ਕੀ ਕਰਦੇ ਪਏ ਹੋ? ਤੁਹਾਨੂੰ ਤੇ ਪਤਾ ਹੈ ਕਿ ਸਾਡੇ ਰਾਜ ਵਿੱਚ ਜੰਗ ਛਿੜੀ ਹੋਈ ਹੈ। ਹੁਣ ਤੇ ਸਾਡੇ ਸੈਨਿਕਾਂ ਦੇ ਲਈ ਅਨਾਜ ਵੀ ਖਤਮ ਹੋ ਰਿਹਾ ਹੈ। ਸਾਨੂੰ ਇਹ ਅਨਾਜ ਦੀ ਲੋੜ ਸੀ। ਜੀ ਪ੍ਰਧਾਨ ਮੰਤਰੀ ਜੀ, ਜੋ ਤੁਹਾਡਾ ਹੁਕਮ। ਅਸੀਂ ਇਸ ਨੂੰ ਸੰਭਾਲ ਰੱਖਿਆ ਸੀ, ਜਿਵੇਂ ਕੀੜੀਆਂ ਮਿਹਨਤ ਕਰਦੀਆਂ ਨੇ ਆਪਣੀ ਗਰਮੀ ਦੇ ਖਾਣੇ ਦੇ ਲਈ, ਤੇ ਅਸੀਂ ਵੀ। ਤੇ ਇਸ ਤਰ੍ਹਾਂ ਸਿਧਾਰਥ ਮੰਤਰੀ ਦੇ ਕੁਝ ਸੈਨਿਕਾਂ ਦੀ ਮਦਦ ਨਾਲ ਸਾਰਾ ਅਨਾਜ ਰਾਜੇ ਵਿੱਚ ਲੈ ਆਇਆ। ਸਾਰੇ ਲੋਕੀ ਬਹੁਤ ਖੁਸ਼ ਹੋਏ। ਇਹ ਖਬਰ ਰਾਜੇ ਨੂੰ ਦੱਸੀ ਗਈ ਅਤੇ ਉਹਨਾਂ ਨੇ ਸਿਧਾਰਥ ਦੀ ਖੂਬ ਪ੍ਰਸ਼ੰਸਾ ਕੀਤੀ। ਸਿਧਾਰਥ, ਮੈਨੂੰ ਦੱਸਿਆ ਗਿਆ ਹੈ ਕਿ ਇਹ ਤੇਰੀ ਤਰਕੀਬ ਸੀ। ਵਾਹ ਸਿਧਾਰਥ ਵਾਹ, ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ। ਪਰ ਤੈਨੂੰ ਇਹ ਤਰਕੀਬ ਸੁੱਝੀ ਕਿਵੇਂ? ਰਾਜਾ ਜੀ ਮੈਨੂੰ ਮਾਫ ਕਰ ਦਿਓ, ਮੈਂ ਤੁਹਾਨੂੰ ਨਹੀਂ ਦੱਸ ਸਕਦਾ। ਤੁਸੀਂ ਮੈਨੂੰ ਸਜ਼ਾ ਦੇਵੋਗੇ। ਤੂੰ ਚਿੰਤਾ ਨਾ ਕਰੀਂ, ਕੁਝ ਨਹੀਂ ਹੋਵੇਗਾ, ਮੈਂ ਵਾਅਦਾ ਕਰਨਾ। ਦਰਅਸਲ ਮੇਰੇ ਦਾਦਾ ਜੀ ਨੇ ਮੈਨੂੰ ਇਹ ਸਲਾਹ ਦਿੱਤੀ ਸੀ, ਮੈਂ ਤੇ ਬਸ ਉਹਨਾਂ ਦੀ ਆਗਿਆ ਦਾ ਪਾਲਣ ਕੀਤਾ ਹੈ। ਤੇਰੇ ਦਾਦਾ ਜੀ? ਪਰ ਉਹਨਾਂ ਨੂੰ ਤਾਂ ਇਸ ਰਾਜ ਵਿੱਚ ਨਹੀਂ ਹੋਣਾ ਚਾਹੀਦਾ ਸੀ। ਮੈਂ ਆਪਣੇ ਦਾਦਾ ਜੀ ਨੂੰ ਬਹੁਤ ਪਿਆਰ ਕਰਦਾ ਤੇ ਮੇਰੀ ਪਤਨੀ ਨੂੰ ਵੀ ਉਹਨਾਂ ਦੀ ਸੇਵਾ ਕਰਨ 'ਚ ਬਹੁਤ ਖੁਸ਼ੀ ਮਿਲਦੀ ਹੈ। ਮੈਂ ਉਹਨਾਂ ਨੂੰ ਆਪਣੇ ਤੋਂ ਦੂਰ ਨਹੀਂ ਕਰ ਸਕਦਾ, ਇਸ ਲਈ ਮੈਂ ਉਹਨਾਂ ਨੂੰ ਆਪਣੇ ਹੀ ਘਰ ਦੇ ਖੁਫੀਆ ਕਮਰੇ ਵਿੱਚ ਲੁਕਾਤਾ ਸੀ। ਉਹ ਹਮੇਸ਼ਾ ਇੱਥੇ ਹੀ ਸੀ, ਇੰਨੇ ਸਾਲਾਂ ਤੋਂ? ਜੀ ਰਾਜਾ ਜੀ, ਉਹ ਹਮੇਸ਼ਾ ਸਾਡੇ ਨਾਲ ਹੀ ਸਨ। ਸਿਧਾਰਥ, ਤੂੰ ਮੇਰੀਆਂ ਅੱਖਾਂ ਖੋਲ ਦਿੱਤੀਆਂ। ਮੈਨੂੰ ਮੇਰੀ ਗਲਤੀ ਦਾ ਅਹਿਸਾਸ ਦਿਲਾਇਆ ਹੈ। ਮੈਂ ਕਿੰਨਾ ਬੇਵਕੂਫ ਸੀ। ਨਹੀਂ ਰਾਜਾ ਜੀ, ਐਦਾਂ ਨਾ ਕਹੋ। ਤੂੰ ਅੱਜ ਮੈਨੂੰ ਇਹ ਸਬਕ ਸਿਖਾਇਆ ਹੈ ਕਿ ਇੱਕ ਬਜ਼ੁਰਗ ਇਨਸਾਨ ਦਾ ਤਜਰਬਾ ਤੇ ਗਿਆਨ ਹੀ ਸਾਡੇ ਕੰਮ ਆਉਂਦਾ ਹੈ। ਰਾਜਾ ਜੀ, ਕੀ ਅਸੀਂ ਆਪਣੇ ਰਾਜ ਦੇ ਸਾਰੇ ਵਿਰੋਧੀਆਂ ਨੂੰ ਵਾਪਸ ਲਿਆ ਸਕਦੇ ਹਾਂ? ਜ਼ਰੂਰ ਸਹੀ ਕਿਹਾ ਤੂੰ। ਮੈਂ ਉਹਨਾਂ ਕੋਲੋਂ ਮਾਫੀ ਵੀ ਮੰਗਾਂਗਾ। ਸਾਰਿਆਂ ਨੂੰ ਜਲਦੀ ਵਾਪਸ ਬੁਲਾਇਆ ਜਾਵੇ। ਰਾਜਾ ਜੀ ਦੀ ਜੈ ਹੋਵੇ, ਰਾਜਾ ਜੀ ਦੀ ਜੈ ਹੋਵੇ। ਤੇ ਇਸ ਤਰ੍ਹਾਂ ਰਾਜੇ ਨੇ ਆਪਣੇ ਰਾਜ ਦੇ ਸਾਰੇ ਬਜ਼ੁਰਗ ਲੋਕਾਂ ਨੂੰ ਵਾਪਸ ਬੁਲਾ ਲਿਆ। ਸਾਰੇ ਬਹੁਤ ਹੀ ਖੁਸ਼ ਹੋਏ ਅਤੇ ਰਾਜੇ ਨੂੰ ਆਸ਼ੀਰਵਾਦ ਵੀ ਦਿੱਤਾ। ਰਾਜੇ ਨੇ ਉਹਨਾਂ ਮੰਤਰੀਆਂ ਨੂੰ ਵੀ ਕੱਢ ਦਿੱਤਾ ਜਿਹੜੇ ਸਿਰਫ ਹਾਂ ਵਿੱਚ ਹਾਂ ਮਿਲਾਉਂਦੇ ਸੀ ਤੇ ਕੋਈ ਕੰਮ ਨਹੀਂ ਕਰਦੇ ਸੀ। ਹੌਲੇ-ਹੌਲੇ ਇਸ ਰਾਜ ਵਿੱਚ ਖੁਸ਼ਹਾਲੀ ਨੇ ਫਿਰ ਤੋਂ ਆਪਣਾ ਟਿਕਾਣਾ ਬਣਾ ਲਿਆ। ਬਜ਼ੁਰਗਾਂ ਦੀ ਸੂਝ ਹੀ ਸਹੀ ਰਾਹ ਵਿਖਾਉਂਦੀ ਹੈ।